जैसे कोई ट्रैक्टर ट्राली बड़ा, कोई बड़ी गाड़ी 18 टायरों वाली 22 टायरों वाली। 18 ਟਾਇਰਾ ਟਰਾਲਾ ਤੁਸੀਂ ਖਿੱਚ ਲੈਂਦੇ ਹੋ। हाँ जी, मैं 18 टायरी 22 टायरा जो हैवी वेट वाली गड्डी है वो भी खींच सकता हूँ। ਸਿੱਧੂ ਮੂਸੇਵਾਲੇ ਦੀ ਮੌਤ ਹੋ ਕੇ ਮਾਂ ਦਾ ਪੁੱਤ ਵਿਛੜ ਗਿਆ ਮਾਂ ਤੋਂ, ਉਹਦੇ ਗਾਣੇ ਵੀ ਟੋਚਨਾ ਵਾਲੇ ਗਾਣੇ ਆਉਂਦੇ ਸੀ। ਤੁਸੀਂ ਕਹਿ ਰਹੇ ਹੋ ਵੀ 18 ਟਾਇਰਾ ਟਰਾਲੇ ਨੂੰ ਮੈਂ ਇਕੱਲਾ ਜਿੰਨਾ ਖਿੱਚ ਕੇ ਲੈ ਜਿਹਨੂੰ ਖਿੱਚਣ ਦੇ ਲਈ ਟਰੈਕਟਰਾਂ ਦਾ ਟੋਚਨ ਪਾਉਣਾ ਪੈਂਦਾ ਹੈ। ਇੱਕ ਪਾਸੇ ਨਸ਼ਿਆਂ ਦੀ ਗੱਲ ਹੁੰਦੀ ਹੈ, ਤੁਸੀਂ ਕਦੇ ਜ਼ਿੰਦਗੀ 'ਚ ਕੋਈ ਨਸ਼ਾ ਕਰਿਆ? नहीं जी, मैं अभी तक तो कोई भी नशा नहीं किया जी ज़िंदगी में। सिद्धू मूसेवाले ने जो बोला था वो सच्ची बोला था। अगर ना सपोर्ट मिली और ना मेरा सपना पूरा होया तो शायद मैं भी नशे के अंदर बढ़ जाऊँ, मैं भी करने लग जाऊँ। ਜਿੰਨਾ ਸੋਹਣਾ ਤੁਸੀਂ ਸਰੀਰ ਬਣਾਇਆ ਹੈ, ਇਹਨੂੰ ਬਣਾਉਣ ਤੇ ਕਿੰਨਾ ਟਾਈਮ ਕਿੰਨਾ ਲੱਗ ਗਿਆ? ਕਿੰਨੇ ਸਾਲ ਤੁਸੀਂ ਇਹਦੇ 'ਚ ਆਪਦਾ ਜ਼ਿੰਦਗੀ ਦਾ ਵੇਸਟ ਸਮਝ ਸਕਦੇ? ਜਦੋਂ ਤੱਕ ਕੋਈ ਬੰਦਾ ਕੁਝ ਬਣਦਾ ਨਹੀਂ, ਇਹੀ ਸਮਝਦਾ ਵੀ ਮੈਂ ਕੁਝ ਕਰਨ ਜੋਗਾ ਹੈ ਹੀ ਨਹੀਂ ਹੈ। ये बेस्ट ही है बस। 13 साल जो मैंने किए ना, अगर मैं कोई अच्छी सी जॉब कर लेता या किसी फैक्ट्री में लग जाता तो शायद मैं कुछ कर लेता ज़िंदगी में। लेकिन अब तो मेरे को भी लगता है कि ये 13 साल में बेस्ट किया जो भी बनाया जी। मैं ऐसे काम जैसे नाइट में ना, कभी वेटर के पास वेटरों में, तो कभी जैसे कोई लोडिंग अनलोडिंग, गाड़ी को अनलोडिंग ऐसे काम करता हूँ, लेकिन घर वालों को कुछ नहीं बताता जी। ਦੇਖੋ ਦੇਸ਼ ਦਾ ਨੌਜਵਾਨ ਤਰਾਸ਼ਿਆ, ਨੌਜਵਾਨ ਆਪਦੇ ਆਪ ਨੂੰ ਤਰਾਸ਼ਿਆ ਦੱਸ ਰਿਹਾ ਹੈ ਕਿ ਮੈਂ ਘਰੇ ਨਹੀਂ ਦੱਸ ਕੇ ਜਾਂਦਾ, ਉੱਥੇ ਜਾ ਕੇ ਵੇਟਰ ਦਾ ਕੰਮ ਕਰਦਾ, ਕਈ ਵਾਰੀ ਕੋਈ ਚੀਜ਼ਾਂ ਲੋਡ ਕਰਦਾ, ਕੀ ਕੁਛ ਕਰਦਾ ਤਾਂ ਜੋ ਜਿਹੜਾ ਘਰ ਦਾ ਪਰਿਵਾਰ ਦਾ ਗੁਜ਼ਾਰਾ ਹੋ ਸਕੇ। मैं एक बारी ट्रेन और प्लेन को खींचना चाहता हूँ। ਟ੍ਰੇਨ ਵੀ ਖਿੱਚ ਸਕਦੇ ਹੋ? हाँ जी, मैं खींच सकता हूँ और प्लेन को भी, क्योंकि ये इंटरनेशनल गेम है। इसके अंदर हमारे इंडिया में ऐसे लेवल में कोई नहीं जा चुका जो ट्रेन और प्लेन को खींच चुका है। ਤੇਜਿੰਦਰ, ਇੰਨਾ ਜ਼ੋਰ ਆਂਦਾ ਕਿੱਥੋਂ ਹੈ? ਕੀ ਐਵੇਂ ਦਾ ਖਾਂਦੇ ਹੋ ਜਿਹੜਾ ਕਿ ਤੁਸੀਂ ਇੰਨਾ ਜ਼ੋਰ ਜੋਸ਼ ਨਾਲ ਟ੍ਰੇਨ ਦੀ ਗੱਲ ਕਰ ਰਹੇ ਹੋ? ਟ੍ਰੇਨ ਇੰਜਨ ਨਾਲ ਖਿੱਚਣੀਆਂ ਔਖੀਆਂ ਹੋਈਆਂ ਪਈਆਂ, ਦੇਸ਼ ਜਿਵੇਂ ਦਾ ਦੇਸ਼ ਦੇ ਹਾਲਾਤ ਹੋਏ ਪਏ ਆ, ਤੁਸੀਂ ਹੱਥਾਂ ਨਾਲ ਖਿੱਚਣ ਦੀ ਗੱਲ ਕਰ ਰਹੇ ਹੋ। ना कहीं से परमिशन मिली है और ना कोई सपोर्ट कर रहा है, ना गांव वाला, ना कोई बाहर वाला, ना ही कोई सरकार। अगर सरकार सपोर्ट कर दे तो मैं अपने देश को नेशनल लेवल पे लेके जा सकता हूँ। ਜਿੱਥੇ ਅਸੀਂ ਗੱਲ ਕਰੀਏ ਦੇਸ਼ ਦੇ ਹਰ ਇੱਕ ਸਟੇਟ ਦੀ ਗੱਲ ਕਰੀਏ, ਸੂਬੇ ਦੀ ਗੱਲ ਕਰੀਏ, ਨੌਜਵਾਨਾਂ ਨੂੰ ਨਸ਼ਿਆਂ ਦੇ ਨਾਮ ਨਾਲ ਭੰਡਿਆ ਜਾਂਦਾ ਹੈ। ਸਰਕਾਰਾਂ ਦੂਸਰੀਆਂ ਸਰਕਾਰਾਂ ਦੇ ਉੱਪਰ ਬਲੇਮ ਲਾਉਂਦੀਆਂ ਨੇ। ਨਸ਼ਾ ਬਹੁਤ ਜ਼ਿਆਦਾ ਹੱਦ ਤੱਕ ਦੇਸ਼ ਵਿੱਚ ਫੈਲਿਆ ਹੋਇਆ ਹੈ। ਪਰ ਜੇਕਰ ਅਸੀਂ ਦੂਸਰੇ ਪਾਸੇ ਦੇਖੀਏ, ਜਿਹੜੇ ਨੌਜਵਾਨ ਆਪਣਾ ਸਰੀਰ ਸੰਭਾਲ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਵੇਟ ਲਿਫਟਿੰਗ ਕਰ ਰਹੇ ਨੇ, ਕੋਈ ਵੇਟ ਉਠਾ ਰਹੇ ਨੇ, ਕੋਈ ਕਿੱਦਾਂ ਦੇ ਵੀ ਕੋਈ ਕਾਰਨਾਮੇ ਕਰ ਰਹੇ ਨੇ ਦੇਸ਼ ਦੀ ਤਰੱਕੀ ਦੇ ਲਈ, ਆਪਣਾ ਨਾਮ ਬਣਾਉਣ ਲਈ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ। ਤੇਜਿੰਦਰ ਸਿੰਘ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੇਜਿੰਦਰ ਸਿੰਘ ਜੀ। ਤੇਜਿੰਦਰ ਸਿੰਘ ਨਾਲ ਗੱਲਬਾਤ ਕਰਦੇ ਆ। ਨੌਜਵਾਨ ਨੇ ਦੇਖੋ ਕਿਸ ਕਦਰ ਆਪਣਾ ਸਿਹਤ ਸੰਭਾਲੀ ਹੋਈ ਹੈ। ਡੋਲੇ ਵੀ ਦੱਸਦੇ ਆ ਕਿ ਵਾਕਈ ਇਹਨਾਂ ਡੋਲਿਆਂ ਦੇ ਵਿੱਚ ਨਸ਼ਾ ਨਹੀਂ ਹੈ, ਦੁੱਧ ਦਹੀਂਆਂ ਦੇ ਨਾਲ ਸਰੀਰ ਬਣਿਆ ਹੋਇਆ ਹੈ। ਸਭ ਤੋਂ ਪਹਿਲਾਂ ਤੇਜਿੰਦਰ ਜੀ, ਤੁਹਾਡੇ ਪਰਿਵਾਰ 'ਚ ਕੌਣ ਨੇ? ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। परिवार के अंदर 8 मेंबर हैं। ਠੀਕ ਹੈ ਜੀ। पिताजी, माताजी, छोटा भाई, वाइफ, छोटे भाई की वाइफ, 2 लड़के जी। ਜੀ ਜੀ। ਤੇਜਿੰਦਰ ਸਿੰਘ ਜੀ, ਇੰਨਾ ਸੋਹਣਾ ਸਰੀਰ ਬਣਾਇਆ ਹੈ, ਕਦੋਂ ਤੋਂ ਤੁਸੀਂ ਇਸ ਪੈਸ਼ਨ 'ਚ ਲੱਗੇ? ਕਿੰਨਾ ਸਮਾਂ ਹੋ ਚੁੱਕਿਆ ਤੁਸੀਂ ਆਪਣੇ ਸਰੀਰ ਦੇ ਮਤਲਬ ਜਿਹੜੀ ਐਕਟੀਵਿਟੀ ਕਰ ਰਹੇ ਹੋ? ਕਿਹੜੀ ਐਕਟੀਵਿਟੀ ਕਰ ਰਹੇ ਹੋ, ਇਹਦੇ ਬਾਰੇ ਵੀ ਦੱਸੋ। मेरे को जिम करते हुए हो गए 13 साल। उससे पहले मैं बॉडी बिल्डिंग, वेट लिफ्टिंग, पावर लिफ्टिंग करता था। फिर अभी ये जो वेट पुलिंग वाला काम किया है, ये इसको हो गए मेरे को प्रैक्टिस करते, तैयारी करते हुए 2 साल। ਵੇਟ ਪੁਲਿੰਗ ਦਰਸ਼ਕਾਂ ਨੂੰ ਦੱਸੋ ਵੀ ਹੁੰਦੀ ਕੀ ਹੈ, ਇਹਦੇ ਵਿੱਚ ਕੀ ਕਰਨਾ ਪੈਂਦਾ ਤੇ ਕਿਹੜੇ ਲੈਵਲ ਤੱਕ ਦੀ ਗੇਮ ਹੈਗੀ ਹੈ? ਆਪਣੇ ਦੇਸ਼ ਵਿੱਚ ਹੈਗੀ ਹੈ ਜਾਂ ਬਾਹਰ ਹੈ? ਆ ਗੇਮ ਹੈ ਜਿਹੜੀ ਆਪਣੇ ਦੇਸ਼ ਵਿੱਚ ਨਹੀਂ। ਜੀ ਜੀ। ਜੋ ਗੇਮ ਹੈ ਇਹ ਬਾਹਰਲੇ ਦੇਸ਼ ਵਿੱਚ ਹੈ, ਤੇ ਆਪਣੇ ਦੇਸ਼ ਵਿੱਚ ਤਾਂ
आगे में है ही नहीं। ਨਹੀਂ ਆਪਣੇ ਦੇਸ਼ ਵਿੱਚ ਨਹੀਂ ਹੈ ਤਾਂ ਤੁਸੀਂ ਬਾਹਰ ਖੇਡਣ ਦੇ ਲਈ ਤਾਂ ਬਹੁਤ ਕੁਝ ਚਾਹੀਦੀ ਹੈ, ਸਰਕਾਰ ਦੀਆਂ ਪਾਵਰਾਂ ਚਾਹੀਦੀਆਂ ਨੇ। ਤੁਸੀਂ ਕਦੇ ਕੰਪੀਟੀਸ਼ਨ ਜਿਹੜੇ ਖੇਡੇ ਆ ਕਿੱਥੇ ਖੇਡੇ ਆ? इस गेम के जो वेट पुलिंग के कंपटीशन है ये अपने देश में नहीं, इसके कंपटीशन वैसे एक मैं ही है जो इंडियन में ये वेट पुलिंग का काम कर रहे हैं। ਪੂਰੇ ਦੇਸ਼ ਦੇ ਵਿੱਚ weight pulling ਦਾ ਕੰਮ ਤੁਸੀਂ ਕਰ ਰਹੇ ਹੋ? हाँ जी। ਮਤਲਬ ਤੁਹਾਡੇ ਨਾਲ ਕੋਈ ਮੇਲ ਖਾਂਦਾ ਕੋਈ ਵੀ ਨੌਜਵਾਨ ਨਹੀਂ ਹੈਗਾ ਜਿਹੜਾ weight pulling ਕਰ ਰਿਹਾ? नहीं जी, अभी तक तो मैंने इंडिया में सर्च किया था, गूगल पे सर्च किया, यूट्यूब पे सर्च किया, तो इंडियन वेट पुलिंग में कोई भी लड़का नहीं, कोई भी मैन नहीं। तो इसलिए मैं ये गेम सबसे अलग लेके चला हूँ ताकि मेरे देश का और मेरे गांव का और मेरे हरियाणा और पंजाब का भी नाम रोशन हो। ਜਿਵੇਂ ਤੁਸੀਂ ਦੱਸ ਰਹੇ ਹੋ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹੋ, ਕੋਈ ਸਰਕਾਰਾਂ ਦਾ ਯੋਗਦਾਨ ਮਿਲਿਆ? ਕਿਸੇ ਸਰਕਾਰ ਨੇ ਤੁਹਾਡਾ ਹੱਥ ਫੜਿਆ? जी नहीं, मेरे को किसी भी सरकार से कोई सपोर्ट नहीं मिली। जो भी हो इस गेम के अंदर जो खर्चा होता है ना, वो सारा ही का सारा खर्चा मैं अपने पास से ही करता हूँ। ਤੁਸੀਂ ਗੇਮ ਤੋਂ ਇਲਾਵਾ ਹੋਰ ਵੀ ਦੱਸ ਰਹੇ ਸੀ ਮੈਂ ਕੋਈ ਐਕਟੀਵਿਟੀ ਕਰਦਾ, ਮਤਲਬ ਕੋਈ ਟਰੱਕ ਵਗੈਰਾ ਜਾਂ ਕੁਝ ਕੀ ਕਰਦੇ ਹੋ ਤੁਸੀਂ? मैं वेट पुलिंग का ही काम करता हूँ, इसी पे ट्रेनिंग करता हूँ। और वेट पुलिंग में जैसे कोई ट्रैक्टर ट्राली बड़ा, कोई बड़ी गाड़ी 18 टायरों वाली 22 टायरों वाली, ये सब की 18 ਟਾਇਰਾ ਟਰਾਲਾ ਤੁਸੀਂ ਖਿੱਚ ਲੈਂਦੇ ਹੋ? ਟਰੈਕਟਰ ਮਤਲਬ ਟਰੈਕਟਰ ਭਰੇ ਟਰਾਲੀ ਨਾਲ ਤੁਸੀਂ ਖਿੱਚ ਲੈਂਦੇ ਹੋ? हाँ जी, हाँ जी, मैं 18 टायरी 22 टायरा कुछ भी, मतलब कि जो हैवी वेट वाली गड्डी है वो भी खींच सकता हूँ। ਹੈਵੀ weight ਦੀ ਗੱਡੀ ਜਿਵੇਂ ਮੰਨ ਲਓ ਕੋਈ ਗੱਡੀਆਂ ਲੋਡ ਕੀਤੀਆਂ, ਗੱਡੀਆਂ 18 ਟਾਇਰ ਟਰਾਲੀ ਲੋਡ ਕੀਤਾ ਹੁੰਦਾ, 18 ਤੋਂ ਦੇ ਟਾਇਰ ਹੁੰਦੇ ਆ, ਉਸ ਤੋਂ ਬਾਅਦ ਗੱਡੀ ਦਾ weight ਕਿੰਨਾ ਹੁੰਦਾ, ਤੁਸੀਂ ਹੱਥ ਨਾਲ ਖਿੱਚ ਲੈਂਦੇ ਹੋ ਉਹਨੂੰ? हाँ जी, मैं खींच लेता हूँ इसका। इसके लिए मैंने 2 साल प्रैक्टिस की है जी, वो तैयारी की है वेट पुलिंग में। ਯਾਰ ਅੱਜ ਕੱਲ ਤਾਂ ਇੱਕ ਗੱਟਾ ਚੱਕ ਲੈ ਕੋਈ, ਜਦ ਨੋਰਮਲ ਚੀਜ਼ ਚੱਕ ਲੈ ਤਾਂ ਢੂਈਆਂ ਗਰਦਨ ਪਿੱਠ ਹਿੱਲ ਜਾਂਦੀ ਹੈ। ਤੁਹਾਨੂੰ ਨਹੀਂ ਕਦੇ ਇਹ ਚੀਜ਼ਾਂ ਮਹਿਸੂਸ ਹੋਈਆਂ ਮਤਲਬ ਜ਼ਿੰਦਗੀ ਦੇ ਵਿੱਚ? हाँ जी, शुरू में जब मैं ट्रैक्टर से शुरू की थी ना, तब हुई थी मेरे को महसूस। तब मेरे 1 महीने पीठ में दर्द था, कमर में। ਕਿੰਨਾ ਕੁ ਜਿਹੜਾ ਖਰਚਾ ਹੈਗਾ ਤੁਹਾਡੀ ਗੇਮ ਤੇ ਹੁੰਦਾ ਹੈ? ਤੁਸੀਂ ਕਹਿ ਰਹੇ ਹੋ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਹੈਗਾ, ਪਰਿਵਾਰ 'ਚ ਕੌਣ ਹੈ ਕਮਾਉਣ ਵਾਲਾ? परिवार से एक मैं तो एक मेरा भाई, 2 लड़के, हम 2 भाई हैं जो वो ही कमाते हैं। 8 ਫੈਮਿਲੀ ਮੈਂਬਰ ਨੂੰ ਤੁਸੀਂ 2 ਪਰਿਵਾਰ ਸਾਂਭ ਰਹੇ ਹੋ ਤਾਂ ਤੁਸੀਂ ਖਾ ਪੀ ਰਹੇ ਹੋ। ਕਿੰਨੀ ਤੁਹਾਡੀ ਜਿਹੜੀ ਖੁਰਾਕ ਹੈ ਇਹਦਾ ਖਰਚਾ ਕਿੰਨਾ ਕੁ ਹੈ? जैसे मैं डाइट ले रहा, इसका खर्चा टोटल 30-35 हज़ार के करीब है। ਤੇ ਤੁਸੀਂ ਕਮਾਉਂਦੇ ਕਿੰਨਾ ਕੁ? ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕੀ ਕੰਮ ਕਰ ਰਹੇ ਹੋ ਤੁਸੀਂ? मैं बाउंसर की जॉब कर रहा हूँ और इवेंट और जिम में ट्रेनर हूँ। ਬਾਉਂਸਰ ਦਾ ਤੁਸੀਂ ਡੇ ਟਾਈਮ ਕਰਦੇ ਹੋ ਤੇ ਟ੍ਰੇਨਿੰਗ ਜਿਹੜੀ ਜਿਮ ਦੀ ਜਾਂਦੇ ਹੋ ਉਹ ਕਦੋਂ ਕਰਦੇ ਹੋ? जो जिम में मैं ट्रेनिंग देता हूँ वो शाम को देता हूँ 8-9 बजे के बाद, और बाउंसर की जॉब मैं सवेरे करता हूँ। ਨਹੀਂ ਤੇ ਜਿਹੜਾ ਤੁਸੀਂ ਫਿਰ ਸੌਂਦੇ ਕਿਹੜੇ ਟਾਈਮ? ਤੁਸੀਂ ਇੰਨੀ ਮਿਹਨਤ ਕਰਦੇ ਹੋ ਪਰਿਵਾਰ ਨੂੰ ਚਲਾਉਣ ਵਾਸਤੇ, ਫਿਰ ਤੁਸੀਂ ਨੀਂਦ ਵੀ ਤਾਂ ਬਹੁਤ ਜ਼ਰੂਰੀ ਹੈ ਇਸ ਲਾਈਨ ਦੇ ਵਿੱਚ। हाँ जी, नींद बहुत ज़रूरी है, पर परिवार को चलाने के लिए भी काम ज़रूरी है जी। और अपनी डाइटिंग है, ऐसे खर्चा नहीं जी चलता है। ਨਹੀਂ ਤੇ ਤੁਸੀਂ ਪਰਿਵਾਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਮੇਰੇ ਇਕੱਲੇ ਦੀ 30,000, ਤੁਹਾਡੀ ਕਮਾਈ ਕਿੰਨੀ ਹੈ? ਤੁਸੀਂ ਕਿੰਨਾ ਕਮਾ ਲੈਂਦੇ ਹੋ ਮਹੀਨੇ 'ਚ? ਤੁਸੀਂ ਆ ਖੁਦ ਕਿੰਨਾ ਕਮਾਉਂਦੇ ਹੋ? जितना भी मैं कमाता हूँ महीने में वो सारा मेरी डाइटिंग पे ही चला जाता है जी। ਪਰਿਵਾਰ ਦੇ ਲੋਕ ਫਿਰ ਤੁਹਾਨੂੰ ਕਿਵੇਂ ਤੁਹਾਡੇ ਨਾਲ ਵਿਚਰਦੇ ਹੋਣਗੇ? ਕਿਉਂਕਿ ਪਰਿਵਾਰ ਵੀ ਪਾਲਣਾ ਹੈ, ਫਿਰ ਤੁਹਾਨੂੰ ਰਿਸ਼ਤੇਦਾਰਾਂ ਦੇ ਵੀ ਤਾਨੇ ਵੱਜਦੇ ਹੋਣਗੇ ਕਿਹੜੇ ਕੰਮਾਂ ਤੋਂ ਲੱਗਿਆ ਹੋਇਆ, ਪਰਿਵਾਰ ਤੇਰਾ ਭੁੱਖਾ ਮਰ ਰਿਹਾ ਹੈ। ਕਈ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਜਿਹੀਆਂ ਗੱਲਾਂ ਵੀ। हाँ जी, परिवार वाले भी बहुत बोलते हैं और रिश्तेदार भी और गांव वाले भी बोलते हैं कि इससे अच्छा तो अगर 2 साल से तो ये प्रैक्टिस कर रहा है वेट पुलिंग की, इतने बड़े बड़े ट्राले खींच दिए, सरकार आपको देख नहीं रही, तो इससे अच्छा तो आप मेहनत मजदूरी कर लो, ये काम छोड़ दो, परिवार को तो चला लो। लेकिन मैं सोच रहा हूँ कि कभी ना कभी तो मेरी मेहनत जो रंग लाएगी और देश का नाम रोशन करूँगा मैं। ਇੱਕ ਪਾਸੇ ਗੱਲ ਕਰਦੇ ਆ ਦੇ ਹੁਣੇ ਹਾਲੇ ਦਿਹਾੜੀ ਕਿਹੜਾ ਕਿ ਸਿੱਧੂ ਮੂਸੇਵਾਲੇ ਦੀ ਮੌਤ ਹੋ ਕੇ ਮਾਂ ਦਾ ਪੁੱਤ ਵਿਛੜ ਗਿਆ ਮਾਂ ਤੋਂ, ਜਿੰਦਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੀ। ਉਹਦੇ ਗਾਣੇ ਵੀ ਟੋਚਨਾ ਵਾਲੇ ਗਾਣੇ ਆਉਂਦੇ ਸੀ। ਤੁਸੀਂ ਕਹਿ ਰਹੇ ਹੋ ਵੀ 18 ਟਾਇਰਾ ਟਰਾਲੇ ਨੂੰ ਮੈਂ ਇਕੱਲਾ ਜਿੰਨਾ ਖਿੱਚ ਕੇ ਲੈ ਜਿਹਨੂੰ ਖਿੱਚਣ ਦੇ ਲਈ ਟਰੈਕਟਰਾਂ ਦਾ ਟੋਚਨ ਪਾਉਣਾ ਪੈਂਦਾ ਹੈ। ਇੰਨੀ ਤੁਹਾਡੇ 'ਚ ਜਾਨ ਹੈਗੀ ਹੈ। ਤੇ ਅੱਜ ਇੱਕ ਪਾਸੇ ਨਸ਼ਿਆਂ ਦੀ ਗੱਲ ਹੁੰਦੀ ਹੈ, ਤੁਸੀਂ ਕਦੇ ਜ਼ਿੰਦਗੀ 'ਚ ਕੋਈ ਨਸ਼ਾ ਕਰਿਆ? नहीं जी, मैं अभी तक तो कोई भी नशा नहीं किया जी ज़िंदगी में। पर अगर मेरे को ना सपोर्ट मिली,
तो शायद मैं भी ऐसे ही सिद्धू मूसेवाले ने जो बोला था वो सच ही बोला था। अगर ना सपोर्ट मिली और ना मेरा सपना पूरा होया तो शायद मैं भी नशे के अंदर बढ़ जाऊँ, मैं भी करने लग जाऊँ। ਦੇਖੋ ਸਰਕਾਰ ਤੇਜਿੰਦਰ ਵਰਗੇ ਨੌਜਵਾਨਾਂ ਵੱਲ ਧਿਆਨ ਜ਼ਰੂਰ ਦੇਣ। ਸਰਕਾਰ ਦੀਆਂ ਨੀਤੀਆਂ ਗਲਤ ਨੀਤੀਆਂ ਦਾ ਸ਼ਿਕਾਰ ਜੇਕਰ ਅਸੀਂ ਸਿੱਧੂ ਮੂਸੇਵਾਲਾ ਜੋ ਗਾਣਿਆਂ 'ਚ ਕਹਿ ਗਿਆ ਉਹ ਵੀ ਸੱਚਾਈ ਕਹਿ ਗਿਆ, ਤੇ ਅੱਜ ਜੇਕਰ ਤੇਜਿੰਦਰ ਵਰਗਾ ਵੀ ਨੌਜਵਾਨ ਸਰਕਾਰਾਂ ਨੇ ਨਾ ਸੰਭਾਲਿਆ ਤਾਂ ਉਹ ਵੀ ਸ਼ਾਇਦ ਨਸ਼ਿਆਂ ਦਾ ਸ਼ਿਕਾਰ ਹੋ ਜੇ। ਤੇਜਿੰਦਰ ਕੀ ਸੋਚਿਆ ਹੈ ਇਸ ਤੋਂ ਉੱਪਰ ਲਾਈਫ ਵਿੱਚ ਕਰਨ ਬਾਰੇ, ਕਿਉਂਕਿ ਜੇਕਰ ਇੰਟਰਨੈਸ਼ਨਲ ਲੈਵਲ ਤੇ ਨਾ ਖੇਡਿਆ ਜਾਵੇ, ਨਾ ਪਹੁੰਚਿਆ ਜਾਵੇ ਤਾਂ ਦੇਸ਼ ਵਿੱਚ ਹੋਰ ਤੁਸੀਂ ਕੀ ਸੋਚਿਆ ਹੈ? मेरा एक सपना हो रहा है कि मैं एक बारी ट्रेन और प्लेन को खींचना चाहता हूँ। ये ट्रेन भी खींच सकते हो? हाँ जी, मैं खींच सकता हूँ और प्लेन को भी, क्योंकि ये इंटरनेशनल गेम है। इसके अंदर हमारे इंडिया में ऐसे लेवल में कोई नहीं जा चुका जो ट्रेन और प्लेन को खींच चुका है। ये सब गेम है जो बाहरले देश में ही है। ਤੇਜਿੰਦਰ ਇੰਨਾ ਜ਼ੋਰ ਆਂਦਾ ਕਿੱਥੋਂ ਹੈ? ਕੀ ਐਵੇਂ ਦਾ ਖਾਂਦੇ ਹੋ ਜਿਹੜਾ ਕਿ ਤੁਸੀਂ ਇੰਨਾ ਜ਼ੋਰ ਜੋਸ਼ ਨਾਲ ਟ੍ਰੇਨ ਦੀ ਗੱਲ ਕਰ ਰਹੇ ਹੋ? ਟ੍ਰੇਨ ਇੰਜਨ ਨਾਲ ਖਿੱਚਣੀਆਂ ਔਖੀਆਂ ਹੋਈਆਂ ਪਈਆਂ ਦੇਸ਼ ਜਿਵੇਂ ਦਾ ਦੇਸ਼ ਦੇ ਹਾਲਾਤ ਹੋਏ ਪਏ ਆ, ਤੁਸੀਂ ਹੱਥਾਂ ਨਾਲ ਖਿੱਚਣ ਦੀ ਗੱਲ ਕਰ ਰਹੇ ਹੋ। हाँ जी, ये जो मेरी प्रैक्टिस है, ये जो मेरी डाइट है, इसके लिए मैंने बहुत तैयार किया जी अपने आप को। मैं मतलब कि बहुत ज़्यादा ही गरीबी से निकला हुआ हूँ। मेरे को उम्मीद है भी मैं खींच सकता हूँ, ये सब कुछ कर सकता हूँ, क्योंकि ये जो गेम है ना ये बाहरले देश में खींच सकते हैं तो मैं भी खींच सकता हूँ। हमारे इंडिया में कोई भी खींच सकता है ये। ਤੇਜਿੰਦਰ ਬੱਚੇ ਤੁਹਾਡੇ ਕਿੰਨੇ ਆ ਤੁਹਾਡੇ? मेरे पास 2 लड़के हैं जी, एक 7 साल का, एक 3 साल का। ਉਹਨਾਂ ਦੇ ਸਕੂਲ ਦੇ ਖਰਚੇ ਵੀ ਹੋਣਗੇ, ਉਹ ਕਿੱਦਾਂ ਚੱਲਦੇ ਹੋਣਗੇ? ਤੁਸੀਂ ਪੜ੍ਹਾਈ ਦੇ ਖਰਚੇ, ਉਸ ਤੋਂ ਬਾਅਦ ਬੱਚਿਆਂ ਦੀ ਐਕਟੀਵਿਟੀ ਹੁੰਦੀਆਂ ਨੇ, ਉਹ ਵਿਚਾਰੇ ਮੂੰਹ ਨੂੰ ਦੇਖਦੇ ਹੋਣਗੇ ਤੇਜਿੰਦਰ ਸਾਡਾ ਬਾਪ ਕਦੋਂ ਪੈਸਾ ਲੈ ਕੇ ਆਊਗਾ, ਕਦੋਂ ਸਾਡਾ ਘਰ ਸੁਧਰੇਗਾ। हाँ जी, वो भी बहुत ही ज़्यादा मेरे को बोलते हैं कि डैडी ये लेके आ जाओ, वो लेके आ जाओ। पर अभी ना जो मैं सोच रहा हूँ यही है कि अगर एक बार मैं नेशनल लेवल खेल लूँ तो शायद थोड़ा बहुत मेरे पास भी पैसा हो जाएगा, फिर मैं उनकी एजुकेशन भी अच्छी करवा सकता हूँ। अभी तो वो सरकारी स्कूल में जैसे ऐसे ही डाले हुए हैं। ਸੋ ਸਾਡੀ ਗੱਲਬਾਤ ਤੇਜਿੰਦਰ ਨਾਲ ਚੱਲ ਰਹੀ ਹੈ। ਅਸੀਂ ਤੁਹਾਨੂੰ ਹੋਰ ਤੇਜਿੰਦਰ ਦੀ ਜ਼ਿੰਦਗੀ ਬਾਰੇ, ਜਿਹੜੀ ਇੰਨੀ ਗਰੀਬੀ ਦੇ ਵਿੱਚੋਂ ਲੰਘ ਰਿਹਾ ਪਰ ਫਿਰ ਵੀ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ ਤੇਜਿੰਦਰ ਜਦੋਂ ਤੁਸੀਂ ਜਿਮ ਤੋਂ ਆਉਂਦੇ ਹੋ ਜਾਂ ਟ੍ਰੇਨਿੰਗ ਕਰਕੇ ਆਉਂਦੇ ਹੋ ਜਾਂ ਬਾਉਂਸ ਦਾ ਕੰਮ ਜਦੋਂ ਘਰੇ ਵੜਦੇ ਹੋ, ਇੱਕ ਵਾਰੀ ਬੱਚਿਆਂ ਨੂੰ ਦੇਖ ਕੇ ਅਹਿਸਾਸ ਹੁੰਦਾ ਹੋਏਗਾ ਯਾਰ जेब आज भी खाली है? हाँ जी, हाँ जी, बहुत ज़्यादा दुख होता है जी मेरे को जब पता लगता है कि जेब में कुछ है नहीं और बच्चे मांगते हैं कुछ। जैसे हर लड़का अपने पिता से कुछ ना कुछ उम्मीद रखता है कि कुछ लेके आए कुछ वह, पर मेरे पास जितने ही पैसे होते हैं वो मेरी डाइट के ही नहीं पूरे होते जी। ਤੇਜਿੰਦਰ ਕਦੇ ਸ਼ੀਸ਼ੇ ਕੇ ਖੜ ਕੇ ਆਪਦੇ ਆਪ ਨੂੰ ਇਹ ਵੀ ਦੇਖਿਆ ਹੋਣਾ ਵੀ ਤੇਜਿੰਦਰ ਕੀ ਕੁਝ ਬੰਨਾ ਚਾਹੁੰਦਾ ਹੈ, ਪਰ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ? ਬੱਚੇ ਭੁੱਖੇ ਮਾਰ ਰਹੇ, ਪਰ ਤੇਜਿੰਦਰ ਦਾ ਸੁਪਨਾ ਹੈ ਦੇਸ਼ ਨੂੰ ਉੱਚਾ ਚੱਕਣਾ। हाँ जी, एक बार नहीं जी, मैं बहुत ही बार देखा जी शीशे के मूहरे खड़े होके भी मैं किस गेम ਨੂੰ पकड़ा हुआ है और क्या बनना चाहता हूँ और क्या बनने, शायद ज़िंदगी कुछ और ही ना कभी भी लेके जाए मेरे को। ਤੇਜਿੰਦਰ ਜੀ ਜਦੋਂ ਬੰਦਾ ਸ਼ੀਸ਼ੇ ਕੇ ਖੜਦਾ ਤੇ ਅੱਖਾਂ 'ਚ ਵੀ ਬੰਦੇ ਦੇ ਉਹ ਆਂਦਾ ਕਿ ਬੰਦਾ ਕਹਿੰਦਾ ਯਾਰ ਟੁੱਟ ਚੁੱਕਿਆ ਤੇਜਿੰਦਰ, ਇੱਕ ਵਾਰ ਮਹਿਸੂਸ ਹੁੰਦਾ ਵੀ ਹੁਣ ਕੁਝ ਵੀ ਬਾਕੀ नहीं रह गया। हाँ जी, हाँ जी, बहुत ज़्यादा महसूस होता है जी मेरे को, क्योंकि मेरे पास अभी इतना है नहीं लेवल जो मैं नेशनल लेवल तक पहुंच सकूं। अगर मेरे को सरकार कोई परमिशन दे दे एरोप्लेन खींचने की या ट्रेन खींचने की तो शायद मैं अपने देश का भी नाम रोशन कर सकता हूं और अपने घर वालों के भी हाल तो सुधार सकता हूं। ਤੇਜਿੰਦਰ ਕਦੇ ਖੱਟੜ ਸਰਕਾਰ ਹੈ ਉੱਥੇ, ਬੀਜੇਪੀ ਸਰਕਾਰ ਹੈ, ਮੋਦੀ ਸਰਕਾਰ ਹੈ, ਕਦੇ ਖੱਟੜ ਤੱਕ ਪਹੁੰਚ ਨਹੀਂ ਹੋਈ ਕਿ ਤੇਜਿੰਦਰ ਵੀ ਉਹਨਾਂ ਨਾਲ ਮੇਲ ਕਰ ਸਕੇ? ਕਿਉਂਕਿ ਤੁਸੀਂ ਵੀ ਉਹਨਾਂ ਨੂੰ ਵੋਟਾਂ ਪਾਈਆਂ, ਤੁਹਾਡੀਆਂ ਵੋਟਾਂ ਨਾਲ ਹੀ ਉਹ ਵੱਡੀਆਂ ਕੁਰਸੀਆਂ ਤੇ ਬੈਠੇ ਹੋਏ ਨੇ। हाँ जी, मैंने कई बार कोशिश की है जी उनके पास जाने की, लेकिन आगे वाले जो लड़के होते हैं ना वो आगे जाने ही नहीं देते, वहाँ तक मेरी पहुँच ही नहीं होती। ਅੱਗੇ ਜਾਣ ਹੀ ਨਹੀਂ ਦਿੰਦੇ, ਤੁਹਾਨੂੰ ਉੱਥੇ ਹੀ ਪਿੱਛੇ ਮੋੜ ਦਿੰਦੇ। ਤੇਜਿੰਦਰ ਨੂੰ ਇਹ ਨਹੀਂ ਦੇਖਦੇ ਵੀ ਜਿਹੜਾ ਤੇਜਿੰਦਰ ਸਾਹਮਣੇ ਖੜਾ ਹੈ ਵੀ ਅਸੀਂ ਵਰਦੀ ਵਿੱਚ ਆ, ਪਰ ਤੇਜਿੰਦਰ ਅੱਜ ਲੋੜ ਹੈਗੀ ਆ ਉਹਨਾਂ ਤੱਕ ਪਹੁੰਚ ਕਰਨ ਦੀ, ਤੁਹਾਨੂੰ ਮਿਲਣ ਨਹੀਂ ਦਿੰਦੇ। हाँ जी, बहुत बार चाह चुका हूँ जी, लेकिन जाने नहीं देते। और वो तो ये बोलते हैं कि ये जो वीडियो मैं उनको कभी दिखा देता हूँ कि मैं ये काम करता हूँ, ये वो बोलते हैं कि ये फेक है वीडियो।
ਮਤਲਬ ਜਿਹੜੇ ਤੁਸੀਂ ਉਹਨਾਂ ਨੂੰ ਦਿਖਾਉਂਦੇ ਹੋ ਵੀਡੀਓ, ਉਹਨਾਂ ਨੂੰ ਯਕੀਨ ਹੀ ਨਹੀਂ ਵੀ ਇਹ ਕੰਮ ਕਰ ਨਹੀਂ ਸਕਦਾ ਤੇਜਿੰਦਰ। ਉਹਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਰਿਐਲਿਟੀ 'ਚ ਸਾਹਮਣੇ ਕਰਕੇ ਦਿਖਾ ਕੁਛ? नहीं जी, उन्होंने अभी तक ये भी नहीं बोला कि रियलिटी में करके दिखा। मैं बोलता हूँ उनको कि मैं यहाँ भी खींच सकता हूँ ये सब चीज़ जो मैं वीडियो बना चुका हूँ, लेकिन वो बोलते हैं कि ये फेक है, आपके पास कोई मंत्र है, कोई ऐसे जादू है, बस ऐसे ऐसे बहाने लगाते हैं वो। ਤੇਜਿੰਦਰ, ਮਾਂ ਦਾ ਸੁਪਨਾ ਹੁੰਦਾ ਹੈ, ਪਰ ਤੁਹਾਡੇ ਪਿੱਛੇ ਤੁਹਾਡੀ ਵਾਈਫ ਹੈ, ਤੁਹਾਡੇ ਬੱਚੇ ਨੇ। ਹੁਣ ਤੁਹਾਡੇ ਸੁਪਨਿਆਂ ਦੇ ਵਿੱਚ 4 ਜੀ ਹੋਰ ਐਡ ਹੁੰਦੇ ਨੇ, ਮਾਂ ਪਿਓ ਵੀ ਹੈ, ਤੁਹਾਡੇ 2 ਬੱਚੇ ਆ, ਤੁਹਾਡੀ ਵਾਈਫ ਹੈ। ਸਾਰਿਆਂ ਨੂੰ ਆ ਕੇ ਤੇਜਿੰਦਰ ਇਹੀ ਜਵਾਬ ਹੁੰਦਾ ਹੈ, ਅੱਜ ਵੀ ਕੁਝ ਨਹੀਂ ਕਰਕੇ ਆਇਆ मैं। हाँ जी, सबके सामने यही जवाब होता है कि आज भी ये कुछ नहीं करके आया है। ना कहीं से परमिशन मिली है और ना कोई सपोर्ट कर रहा है, ना गांव वाला, ना कोई बाहर वाला, ना ही कोई सरकार। अगर सरकार सपोर्ट कर दे तो मैं अपने देश को नेशनल लेवल पे लेके जा सकता हूँ, मेरे को उम्मीद है जी। ये ਪਿੰਡ ਦੇ ਕਦੇ ਸਰਪੰਚ ਜਾਂ ਕੁਝ ਹੋਰ ਸਮਾਜ ਸੇਵੀ ਲੋਕ ਵੀ ਹੈਗੇ ਆ, ਕਦੇ ਉਹਨਾਂ ਨਾਲ ਕਦੇ ਕਰਿਆ ਵੀ ਤੇਜਿੰਦਰ ਤੁਹਾਡਾ ਨਾਮ ਰੋਸ਼ਨ ਕਰ, ਤੁਹਾਡੇ ਨਾਮ ਤੇ ਮੈਂ ਖੇਡ ਲੈਣਾ? ਕਦੇ ਕਿਸੇ ਕੋਈ ਜੋ ਤੁਹਾਡੇ ਜਿਹੜੇ ਹੁੰਦੇ ਆ ਕਈ ਸੰਸਥਾ ਹੁੰਦੀ ਹੈ, NGO ਹੁੰਦੀਆਂ ਨੇ, ਉਹਨਾਂ ਕੋਲ ਵੀ ਤੇਜਿੰਦਰ ਨੇ ਕਦੇ ਪਹੁੰਚ ਕਰੀ ਹੈ? हाँ जी, मैं अपने उधर वो 2-3 संस्थाओं के पास, NGO के पास गया तो उनको बोला कि मैं ऐसे ऐसे काम कर सकता हूँ, लेकिन वो भी एक लारा सा लगा देते हैं, बोलते हैं कि हाँ हाँ हम ऐसे कर सकते हैं, करेंगे करेंगे, आगे बात चल रही। दोबारा जाऊंगा तो वो भी बोलते हैं कि भाई आगे बात चल रही है, लेकिन बात बूत तो कुछ नहीं चलती, वैसे ही लारे लारे हैं। ਤੇਜਿੰਦਰ, ਫਿਰ ਇੱਕ ਪਾਸੇ ਸਟਰਗਲ ਤੁਹਾਡਾ, ਜਿੰਨਾ ਸੋਹਣਾ ਤੁਸੀਂ ਸਰੀਰ ਬਣਾਇਆ ਹੈ, ਇਹਨੂੰ ਬਣਾਉਣ ਤੇ ਕਿੰਨਾ ਟਾਈਮ ਕਿੰਨਾ ਲੱਗ ਗਿਆ? ਕਿੰਨੇ ਸਾਲ ਤੁਸੀਂ ਇਹਦੇ 'ਚ ਆਪਦਾ ਜ਼ਿੰਦਗੀ ਦਾ ਵੇਸਟ ਸਮਝ ਸਕਦੇ? ਜਦੋਂ ਤੱਕ ਕੋਈ ਬੰਦਾ ਕੁਝ ਬਣਦਾ ਨਹੀਂ, ਇਹੀ ਸਮਝਦਾ ਵੀ ਮੈਂ ਕੁਝ ਕਰਨ ਜੋਗਾ ਹੈ ਹੀ नहीं है। हाँ जी, ये बेस्ट ही है। बस 13 साल जो मैंने किए ना, अगर मैं कोई अच्छी सी जॉब कर लेता या किसी फैक्ट्री में लग जाता तो शायद मैं कुछ कर लेता ज़िंदगी में। लेकिन अब तो मेरे को भी लगता है कि ये 13 साल में बेस्ट किया जो भी बनाया। ਤੇਜਿੰਦਰ, ਜ਼ਿੰਦਗੀ 'ਚ ਹੋਰ ਵੀ ਮਿਹਨਤ ਮਜ਼ਦੂਰੀ ਵੀ ਕਰਨੀ ਪੈਂਦੀ ਹੋਣੀ ਹੈ। ਕਈ ਵਾਰੀ ਬੰਦਾ ਬਾਹਰ ਜਾ ਕੇ ਘਰੇ ਨਹੀਂ ਦੱਸਦਾ, ਬਾਹਰ ਜਾ ਕੇ ਕੋਈ ਐਵੇਂ ਦਾ ਕੰਮ ਕਰਦਾ ਹੈ ਕਿਉਂਕਿ ਘਰਦਿਆਂ ਦਾ ਪੇਟ ਵੀ ਪਾਲਣਾ ਹੈ। हाँ जी, मैं ऐसे काम जैसे नाइट में ना, कभी वेटर के पास, वेटरों में, तो कभी जैसे कोई लोडिंग अनलोडिंग, गाड़ी को अनलोडिंग ऐसे काम करता हूँ, लेकिन घर वालों को कुछ नहीं बताता जी। ਦੇਖੋ, ਦੇਸ਼ ਦਾ ਨੌਜਵਾਨ ਤਰਾਸ਼ਿਆ, ਨੌਜਵਾਨ ਆਪਦੇ ਆਪ ਨੂੰ ਤਰਾਸ਼ਿਆ ਹੈ, ਦੱਸ ਰਿਹਾ ਹੈ ਕਿ ਮੈਂ ਘਰੇ ਨਹੀਂ ਦੱਸ ਕੇ ਜਾਂਦਾ, ਉੱਥੇ ਜਾ ਕੇ ਵੇਟਰ ਦਾ ਕੰਮ ਕਰਦਾ, ਕਈ ਵਾਰੀ ਕੋਈ ਚੀਜ਼ਾਂ ਲੋਡ ਕਰਦਾ, ਕੀ ਕੁਛ ਕਰਦਾ ਤਾਂ ਜੋ ਜਿਹੜਾ ਘਰ ਦਾ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਤੇਜਿੰਦਰ, ਤਾਂ ਹੀ ਕਰਦੇ ਹੋ ਘਰ ਦਾ ਗੁਜ਼ਾਰਾ ਹੋ ਸਕੇ, ਹੋਰ ਆਪਦੇ ਵਾਸਤੇ ਜੋ ਕੁਛ ਕਰ ਰਹੇ ਹੋ ਤਾਂ ਕਰ ਹੀ ਰਹੇ ਹੋ? हाँ जी, मैं जब भी करता हूँ क्योंकि घर में भी पैसों की ज़रूरत पड़ती है और बच्चों को भी कुछ ना कुछ लेके देना पड़ता है जी। ਮੈਂ ਕਹਿੰਦਾ ਤੇਜਿੰਦਰ, ਤੁਸੀਂ ਇੰਨਾ ਸਰੀਰ, ਸੋਹਣਾ ਸਰੀਰ ਬਣਾਇਆ, ਸਾਡੇ ਦਰਸ਼ਕਾਂ ਨੂੰ ਆਪਣਾ ਜਿਹੜਾ ਸਰੀਰ ਹੈ ਉਹ ਵੀ ਦਿਖਾਉਂਦੇ ਆ ਕਿੱਦਾਂ ਤੁਸੀਂ ਮਿਹਨਤਾਂ ਕੀਤੀਆਂ ਨੇ। ਪਲੀਜ਼ ਆਪਣਾ ਜਿਹੜੀ ਸ਼ਰਟ ਉਤਾਰ ਕੇ ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦਿਖਾਓ, ਕਿਉਂਕਿ ਮਸਲ ਦਿਖ ਰਹੇ ਨੇ। ਨੌਜਵਾਨ ਦਾ ਵਾਕਈ ਜਿਹੜਾ ਸਰੀਰ ਤਰਾਸ਼ਿਆ, ਅਸੀਂ ਦੇਖਦੇ ਹਾਂ ਵੀ ਨੌਜਵਾਨ ਦੀ ਜਿਹੜੀ ਮਿਹਨਤ ਹੈਗੀ ਹੈ ਵਾਕਈ ਕਾਬਲੇ ਤਾਰੀਫ ਹੈ। ਇੱਕ ਜਿਹੜੀ ਨਾੜ ਹੈ, ਇੱਥੇ ਨੌਜਵਾਨਾਂ ਦੀ ਗੱਲ ਕਰਦੇ ਹਾਂ ਜਿੱਥੇ ਨਸ਼ਿਆਂ ਨੂੰ ਲੱਗੇ ਹੋਏ ਨੇ, ਨਸ਼ਿਆਂ ਵਾਸਤੇ ਨਾੜਾਂ ਲੱਭਦੇ ਨੇ, ਆਪਦੀ ਵੇਨਸ ਵਿੱਚ ਜਿਹੜੇ ਟੀਕੇ ਲਾਉਂਦੇ। ਇੱਥੇ ਦੇਖੋ ਤੇਜਿੰਦਰ ਨੇ ਜਿਹੜਾ ਉਹ ਸਰੀਰ, ਨਾੜਾਂ ਜਿਹੜੀਆਂ ਬਣਾਈਆਂ ਨੇ, ਦੇਖੋ ਲੋਕਾਂ ਨੂੰ ਦਿਖਾਉਣ ਵਾਸਤੇ ਬਣਾਇਆ, ਵਾਕਈ ਮਿਹਨਤ ਕੀਤੀ, ਕਿਆ ਬਾਤ ਹੈ। ਦੇਖੋ, ਇਹ ਤਾਂ ਹੁੰਦੀ ਹੈ ਜਿਹੜੀ ਦੇਸ਼ ਦੀ ਜਵਾਨ ਗੱਭਰੂ ਹੁੰਦੇ ਨੇ। ਸਰਕਾਰਾਂ, ਸਾਡੀਆਂ ਸਰਕਾਰਾਂ, ਸਾਡੇ ਲੋਕ ਤੇਜਿੰਦਰ ਧਿਆਨ ਦੇਣ। ਦੇਖੋ ਕਿਸ ਹਿਸਾਬ ਨਾਲ ਤੇਜਿੰਦਰ ਦਾ ਆਪਦਾ ਸਰੀਰ, ਆਪਦੇ ਆਪ ਨੂੰ ਮੇਨਟੇਨ ਕੀਤਾ ਹੋਇਆ ਹੈ, ਤੇ ਸਰਕਾਰ ਨੂੰ ਤੇਜਿੰਦਰ ਵੱਲ ਧਿਆਨ ਦੇਣਾ ਚਾਹੀਦਾ ਜਿੱਦਾਂ ਵੀ ਹੈਗਾ। ਤੇਜਿੰਦਰ, ਕਿਆ ਬਾਤ ਹੈ, ਸਰੀਰ ਦੇਖ ਕੇ ਹੁਣ ਲੱਗਿਆ ਵੀ ਵਾਕਈ ਤੇਜਿੰਦਰ ਸਾਡੇ ਸਾਹਮਣੇ ਬੈਠਾ। ਸ਼ਰਟ ਵਿੱਚ ਤੇਜਿੰਦਰ ਲੁਕਿਆ ਲੁਕਿਆ ਸਾਬਤ ਹੋ ਰਿਹਾ ਸੀ। ये बस 13 साल की मेहनत है जी, जो भी की है। ਜਾਂਦੇ ਜਾਂਦੇ ਤੇਜਿੰਦਰ ਤੋਂ ਇੱਕ ਸੁਨੇਹਾ ਲੈਂਦੇ ਆ ਕਿ ਤੁਹਾਡੀ ਕੀ ਦੇਸ਼ ਤੋਂ ਕੀ ਮੰਗ ਹੈ, ਤੁਹਾਡੀ ਤੇਜਿੰਦਰ ਤੁਹਾਡੀ ਸਰਕਾਰ ਤੋਂ ਕੀ ਮੰਗ ਹੈ, ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? सबसे पहले तो मैं नौजवानों को स्नेहा देना चाहता हूँ कि वो नशे से दूर रह के जिम को अपनाए, जिम को नहीं तो किसी भी स्पोर्ट्स गेम को अपनाए। और सरकार से मेरी हाथ जोड़कर यही बेनती है कि मेरे को सपोर्ट करे, मेरे को जहाज़ खींचने की परमिशन दे। अगर सरकार नहीं तो जितने भी देश में कोई भी स्पोर्ट्समैन, कोई स्पोर्ट्स क्लब, कोई NGO हो,
जो मेरे को ये जहाज़ की परमिशन दिलवा सकते हैं, उनसे हाथ जोड़कर बेनती है कि मेरे को जहाज़ खींचने की परमिशन दिलवाएं और मैं देश का नाम रोशन कर सकूं। ਇਹ ਸੀ ਸਾਡੇ ਨਾਲ ਤਜਿੰਦਰ, ਜਿਨੇ ਇੰਨਾ ਸੋਹਣਾ ਸਰੀਰ ਬਣਾਇਆ ਹੋਇਆ, ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ, ਪਰ ਸਾਡੀਆਂ ਉਹ ਸਰਕਾਰਾਂ ਜਿਹੜਾ ਇਦਾਂ ਦੇ ਤਜਿੰਦਰ ਗਰੀਬ ਬੰਦਿਆਂ ਦਾ ਬਿਲਕੁਲ ਸਾਰ ਨਹੀਂ ਲੈਂਦੀਆਂ। ਤਾਂ ਕੀ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ? ਜੇਕਰ ਤਜਿੰਦਰ ਵਰਗਿਆਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਤਾਂ ਨਸ਼ਿਆਂ ਵੱਲ ਜਾਣਗੇ। ਉਹ ਕੀ ਕਰਨਗੇ? ਇੱਕ ਪਾਸੇ ਸਰਕਾਰਾਂ ਕਹਿੰਦੀਆਂ ਨੇ ਅਸੀਂ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਬੱਚਿਆਂ ਨੂੰ ਅੱਗੇ ਲੈ ਕੇ ਜਾਵਾਂਗੇ, ਪਰ ਤਜਿੰਦਰ ਵੱਲ ਹਾਲੇ ਤੱਕ ਉਹਦਾ ਕਹਿਣਾ ਕਿ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਲੋਕਤੰਤਰ ਦੇ ਵਿੱਚ ਜਿੱਥੇ ਤਜਿੰਦਰ ਵਰਗੇ ਲੋਕਾਂ ਦੀਆਂ ਵੋਟਾਂ ਦੇ ਨਾਲ ਸਰਕਾਰਾਂ ਬਣਦੀਆਂ ਨੇ, ਪਰ ਤਜਿੰਦਰ ਦਾ ਇਹ ਕਹਿਣਾ ਹੈ ਕਿ ਜਦੋਂ ਮੈਂ ਕਿਸੇ ਸਰਕਾਰ ਦੇ ਨੁਮਾਇੰਦੇ ਨੂੰ ਮਿਲਣ ਜਾਂਦਾ ਤਾਂ ਮੈਨੂੰ ਉੱਥੋਂ ਵਾਪਸ ਧਕੇਲਿਆ ਜਾਂਦਾ ਹੈ, ਪਾਗਲ ਤੱਕ ਕਿਹਾ ਜਾਂਦਾ ਹੈ ਕਿ ਇਹ ਤਾਂ ਮੈਂਟਲ ਇਨਸਾਨ ਹੈਗਾ। ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਬੇਨਤੀ ਕਰਦਾ ਆਪਣੇ ਚੈਨਲ ਦੇ ਵੱਲੋਂ, ਜੋ ਵੀ ਤਜਿੰਦਰ ਦੀ ਹੈਲਪ ਕਰਨਾ ਚਾਹੁੰਦਾ ਦੇਸ਼ਾਂ ਵਿਦੇਸ਼ਾਂ 'ਚੋਂ ਸਰਕਾਰਾਂ ਤੋਂ, ਤਾਂ ਤਜਿੰਦਰ ਦੀ ਮਦਦ ਜ਼ਰੂਰ ਕਰਨ। ਅਸੀਂ ਨੰਬਰ ਮੈਂਸ਼ਨ ਕਰਾਂਗੇ, ਤੁਸੀਂ ਤਜਿੰਦਰ ਦੀ ਹੈਲਪ ਕਰ ਸਕਦੇ ਹੋ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ